ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਪਾਰਟੀ ਦਾ ਵਿਸ਼ਾ ਇਹ ਹੈ ਕਿ ਸਿੱਖਾਂ ਨੂੰ ਆਪਣੀ ਇੱਜ਼ਤ ਦਾ ਸਥਾਨ ਇੰਡੀਆ ਦੇ ਵਿੱਚ ਦੇਣੇ ਚਾਹੀਦਾ। ਪ੍ਰਾਈਮ ਮਿਨਿਸਟਰ ਨੇ ਵੀ ਕੰਮ ਕੀਤੀ ਹੈ। ਮੀਟਿੰਗ ਸਿੱਖ ਲੀਡਰ ਦੇ ਨਾਲ ਕਰਨੀ ਬਹੁਤ ਅੱਛੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ, ਪਰ ਜਿਹੜੀ ਸਿੱਖਾਂ ਦੇ ਇਸ਼ੂਜ਼ ਹੈਗੇ ਹੈ ਉਹ ਤਾਂ ਅਜੇ ਤੱਕ ਕੋਈ ਵੀ ਨਹੀਂ ਟੱਚ ਕਰ ਰਿਹਾ, ਜਿਹੜੀ ਬਹੁਤ ਅਫਸੋਸ ਦੀ ਗੱਲ ਹੈ। ਪਰ ਜਿਹੜੀ ਗੜਬੜ ਕੱਲ੍ਹ ਪਟਿਆਲੇ ਦੇ ਵਿੱਚ ਹੋਈ ਹੈ, ਆ ਇੱਕ ਬਹੁਤ ਵੱਡਾ ਅੰਗਰੇਜ਼ੀ ਦਾ ਪੇਪਰ ਕਹਿ ਰਿਹਾ ਹੈ ਕਿ ਇਹਦੀ ਵਜ੍ਹਾ ਹੈਗੀ ਹੈ ਕਿ ਜਿਹੜੇ ਧਾਰਮਿਕ ਤੇ ਸਿਆਸੀ ਬੰਦਿਆਂ ਤੋਂ ਸਿਕਿਉਰਿਟੀ ਖੋਈ ਗਈ ਹੈ, ਉਹਨਾਂ ਨੇ ਗੜਬੜ ਕਰਾਈ ਹੈ। ਹੁਣ ਤੁਸੀਂ ਦੱਸੋ, ਜਿਹੜੇ ਇਹੋ ਜਿਹੇ ਲੀਡਰ ਹੈ ਜਿਹੜੇ ਸਿਕਿਉਰਿਟੀ ਦੇ ਨਾਲ ਹੀ ਚੱਲਦੀ ਹੈ, ਇਹਦਾ ਮਤਲਬ ਹੈ ਕਿ ਉਹਨਾਂ ਦੀ ਮੈਚ ਫਾਰਵਰਡ ਹੈ ਨਹੀਂ ਗੀ। ਜੇ ਮੈਚ ਫਾਰਵਰਡ ਹੋਵੇ ਹੈ ਬਤੌਰ ਮੈਨੂੰ ਐਜ਼ ਅ ਸਿੱਖ ਐਜ਼ ਅ ਇੰਡੀਵਿਜੂਅਲ ਇਹ ਸਮਝ ਨਹੀਂ ਆਉਂਦੀ ਕਿ ਜੇ ਸਿੱਖ ਬਾਹਰ ਦੇ ਮੁਲਕ ਸਿੱਖਾਂ ਨੂੰ ਕਿਉਂ ਪੜ੍ਹਾਉਣਗੇ। ਫਿਰ ਗਾਂਧੀ ਸਮੇਤ ਸੈਣੀ ਨੇ ਜਿਸਨੇ ਸਿੱਖਾਂ ਦਾ ਕਤਲੇਆਮ ਕੀਤਾ ਉਸ ਨੂੰ ਫਿਰ ਇੱਕ ਝਾਂਗੀਆ ਜੱਜ ਨੇ ਬੇਲ ਦੇ ਦਿੱਤੀ ਹੈ। ਉਸ ਤੋਂ ਪਹਿਲਾਂ ਜਿਹੜੇ ਹਾਈ ਕੋਰਟ ਦੇ ਜੱਜ ਸ਼ੇਖਵਾਦ ਸੀਗੇ, ਸਾਗਵਾਨ ਸੀਗੇ, ਇੱਕ ਬਜਾਜ ਸਾਹਿਬ ਸੀਗੇ, ਉਹ ਕਹਿੰਦੇ ਕਿ ਸੈਣੀ ਨੂੰ ਕੋਈ ਇੰਟਰੋਗੇਟ ਨਹੀਂ ਕਰ ਸਕਦਾ, ਤੇ ਬਜਾਜ ਸਾਹਿਬ ਨੇ ਆਰਡਰ ਦਿੱਤਾ ਕਿ ਸੈਣੀ ਨੂੰ ਵੀ ਇੰਟਰੋਗੇਟ ਕਰਨਾ ਹੈ, ਹਰਿਆਣੇ ਦੀ ਜੇਲ੍ਹ ਦੇ ਵਿੱਚ ਪੁਲਿਸ ਜਾ ਕੇ ਕਰੋ। ਉਹ ਜੇਲ੍ਹ ਦੇ ਵਿੱਚ ਜਿੱਥੇ ਸਰਕਾਰ ਆਪ ਸੈਣੀ ਨੂੰ ਪਨਾਹ ਦਿੰਦੀ ਹੋਵੇ, ਉੱਥੇ ਕਿਵੇਂ ਸੈਣੀ ਦੀ ਇੰਟਰੋਗੇਸ਼ਨ ਹੋ ਸਕਦੀ ਹੈ। ਇਹ ਜਿਹੜੀ ਸਿੱਖਾਂ ਦੇ ਧਾਰਮਿਕ ਮਸਲੇ ਹੈ, ਬਰਗਾੜੀ 2015 ਦੇ ਵਿੱਚ ਬਾਦਲ ਨੇ, ਸੁਖਬੀਰ ਸਿੰਘ ਨੇ, ਸੈਣੀ ਨੇ ਸੰਸਦ ਦੇ ਸਾਥ ਨਾਲ ਮਿਲ ਕੇ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਰਗਾੜੀ ਵਿੱਚ ਤੇ ਨਾਲ ਦੇ ਪਿੰਡਾਂ ਵਿੱਚ ਕਰਵਾਈਆਂ ਸੀਗੀਆਂ। ਅਜੇ ਤੱਕ ਕੋਈ ਵੀ ਮੁਲਜ਼ਮ ਨਹੀਂ ਫੜਿਆ ਗਿਆ। ਫਿਰ SDPC ਉਹਦੇ ਸਾਡੇ ਇਲੈਕਸ਼ਨ ਨਹੀਂ ਹੋ ਰਹੀ। 12 ਸਾਲ ਹੋ ਗਏ ਹੈ ਕਿ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ, ਜਿਹਦੀ ਮਿਆਦ 5 ਸਾਲ ਹੁੰਦੀ ਹੈ, ਉਹਦੇ 12 ਸਾਲ ਤੋਂ ਇਲੈਕਸ਼ਨ ਨਾ ਹੋਣ ਤੇ ਫਿਰ ਸਿੱਖ ਕੌਮ ਦਾ ਜਿਹੜਾ ਜਮਹੂਰੀਅਤ ਹੱਕ ਹੈ ਇਹ ਕਿਉਂ ਖੋ ਕੇ ਰੱਖਿਆ ਹੋਇਆ, ਕੀ ਵਜ੍ਹਾ ਹੈ? ਤੇ ਮੋਦੀ ਸਾਹਿਬ ਨੇ ਸਿੱਖਾਂ ਨੂੰ ਕਿਉਂ ਨਹੀਂ ਦੱਸਿਆ, ਤੇ ਉਹ ਸਿੱਖਾਂ ਨੇ ਪੁੱਛਿਆ ਕਿਉਂ ਨਹੀਂ? ਕਿਉਂ ਕਰਕੇ ਉਹ ਸੱਦੇ ਹੋਏ ਪਾਲਤੂ ਕਬੂਤਰ ਹੈ, ਜਿਹੜੇ ਬੰਦੇ ਤੇ ਆਪਾਂ ਡਾਰੀ ਮਾਰ ਲਈਏ, ਮਰਵਾ ਦਈਏ, ਫਿਰ ਸ਼ਾਮ ਨੂੰ ਫਿਰ ਡਾਰੀ ਮਾਰ ਕੇ ਵਾਪਸ ਆ ਜਾਂਦੇ ਆ। ਇਹੋ ਜਿਹੇ ਸਿੱਖ ਲੀਡਰਸ ਦੇ ਨਾਲ ਆਪਣੀ ਕ੍ਰੈਡੀਬਿਲਿਟੀ ਗਵਾ ਦੇਣੀ, ਤੇ ਜਿਹੜੀ ਮਸਲੇ ਹੈਗੀ ਹੈ ਅਸਲੀ ਉਹਨਾਂ ਨੂੰ ਹੱਲ ਨਾ ਕਰਨਾ। ਤੇ 1984 ਦੇ ਵਿੱਚ ਜਿਹੜੀ ਕਤਲੇਆਮ ਹੋਈ ਹੈ, ਅਜੇ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ। ਜੈਨੋਸਾਈਡ ਹੋਈ ਹੈ, ਦਰਬਾਰ ਸਾਹਿਬ ਦੇ ਉੱਤੇ ਫੌਜ ਨੇ ਅਟੈਕ ਕੀਤਾ, ਇੰਡੀਅਨ ਫੌਜ ਨੇ, ਬਰਤਾਨੀਆ ਦੀ ਫੌਜ ਬੁਲਾਈ ਗਈ, ਸੋਵੀਅਤ ਯੂਨੀਅਨ ਦੀ ਫੌਜ ਬੁਲਾਈ ਗਈ। ਸਿੱਖ ਇੱਕ ਸਟੇਟਲੈਸ ਲੋਕ ਹੈਗੇ ਆ। ਜੇ ਪਾਕਿਸਤਾਨ ਦੇ ਨਾਲ ਲੜਾਈ ਹੁੰਦੀ ਹੈ ਫਿਰ ਇੰਡੀਆ ਕਦੇ ਵੀ ਰੂਸ ਦੀ ਜਾਂ ਬਰਤਾਨੀਆ ਦੀ ਫੌਜ ਦੀ ਮਦਦ ਤਾਂ ਨਹੀਂ ਮੰਗਦਾ ਹੈਗਾ। ਜੇ ਚੀਨ ਦੇ ਨਾਲ ਲੜਾਈ ਹੁੰਦੀ ਹੈ
ਤਾਂ ਵੀ ਇੰਡੀਆ ਅਪੀਲ ਨਹੀਂ ਕਰਦਾ ਬਰਤਾਨੀਆ ਨੂੰ ਤੇ ਰੂਸ ਨੂੰ ਕਿ ਸਾਡੀ ਇਮਦਾਦ ਕਰੋ। ਪਰ ਜੇ ਸਿੱਖ ਜਿਹੜੇ ਸਟੇਟਲੈਸ ਹੈ ਉਹਨਾਂ ਦੇ ਨਾਲ ਜੰਗ ਤੁਸੀਂ ਕਰਨਾ ਹੈ ਤੇ ਫਿਰ ਤੁਸੀਂ ਬਾਹਰ ਦੀਆਂ ਫੌਜਾਂ ਕਿਉਂ ਮੰਗਾਈਆਂ? ਤੇ ਜਿਹੜੇ ਰੂਸ ਦੇ ਬਰਤਾਨੀਆ ਦੇ ਇੱਥੇ ਲੀਡਰ ਆਉਂਦੇ ਹੈ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਕੰਮ ਕੀ ਸੀ ਕਿ 1984 ਦੇ ਵਿੱਚ ਤੁਹਾਡੀਆਂ ਫੌਜਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਆ? ਉਹ ਬੋਲਦੇ ਹੀ ਨਹੀਂ ਹੈ। ਮੇਰਾ ਮਤਲਬ ਸਾਰੇ ਪਾਸਿਓਂ ਸਾਨੂੰ ਕੱਢਿਆ ਹੋਇਆ ਤੇ ਫਿਰ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਕੱਲ ਗੜਬੜ ਹੋਊਗੀ ਜੇ ਸਿੱਖ ਸੈਨਿਕ ਉੱਥੇ ਪਥਰਾਓ ਕਰਨਗੇ, ਸਿੱਖਾਂ ਦੇ ਪੁਤਲੇ ਸਾਹਮਣੇ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਸੀ। ਆਪਣੀ ਫੇਲੀਅਰ ਦਿਖਾ ਕੇ ਹੁਣ ਸਿੱਖਾਂ ਦਾ ਕਸੂਰ ਕੱਢਦੇ ਹੈ ਟ੍ਰਿਬਿਊਨ ਵਾਲੇ ਕਿ ਜੀ ਇਹ ਤਾਂ ਬਾਹਰ ਦੇ ਬੰਦੇ ਸੀਗੇ, ਇਟਲੀ, ਅਮਰੀਕਾ, ਕੈਨੇਡਾ ਦੇ, ਜਿਨ੍ਹਾਂ ਨੇ ਭੜਕਾਇਆ ਹੈਗਾ। ਕਿ ਜਿਹੜੀ ਲੀਡਰਾਂ ਤੋਂ, ਮਹਾਤਮਾ ਤੋਂ ਤੇ ਸਿਆਸੀ ਬੰਦਿਆਂ ਤੋਂ ਸਿਕਿਉਰਿਟੀ ਖੁੱਸ ਗਈ ਹੈ ਉਹਨਾਂ ਨੇ ਕਰਾਇਆ। ਹੁਣ ਜਿਹੜੇ ਬੰਦਿਆਂ ਦੇ ਨਾਲ ਬੰਦੇ ਹੀ ਨਹੀਂ ਹੈ ਉਹ ਗਲਤੀ ਨੂੰ ਘਟਨਾ ਕਿਉਂ ਕਰਾਉਣਗੇ? ਕਿਵੇਂ ਕਰਨਗੇ ਜੇ ਉਹ ਕਰਾਉਣਗੇ? ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਸਾਨੂੰ ਸਿੱਖਾਂ ਨੂੰ ਇਟਲੀ, ਅਮਰੀਕਾ, ਪਾਕਿਸਤਾਨ, ਕੈਨੇਡਾ ਦੇ ਨਾਲ ਕਿਉਂ ਜੋੜਿਆ ਜਾ ਰਿਹਾ? ਹੁਣ ਜਦੋਂ ਰਾਮਨੌਮੀ ਦੇ ਵਿੱਚ ਲੱਗੇ ਹੋਏ ਹੈ ਮੁਸਲਮਾਨ ਤੇ ਹਿੰਦੂਆਂ ਦੇ, ਉਦੋਂ ਤਾਂ ਕਿਸੇ ਨੇ ਨਹੀਂ ਇਲਜ਼ਾਮ ਲਾਇਆ ਕਿ ਇਹ ਬਾਹਰ ਦੇ ਮੁਲਕ ਭੜਕਾਉਂਦੇ ਸੀਗੇ। ਪਾਕਿਸਤਾਨ ਦਾ ਜ਼ਰੂਰ ਨਾ ਆਇਆ, ਉਹਦਾ ਇਸ਼ਾਰਾ ਸੀਗਾ ਕਿ ਮੁਸਲਮਾਨਾਂ ਨੂੰ ਭੜਕਾ ਰਹੇ ਹੈ। ਪਰ ਜਦੋਂ ਸਿੱਖਾਂ ਨੂੰ ਅਸੀਂ ਖੁਦਮੁਖਤਿਆਰ ਲੋਕ ਹੈਗੇ, ਜੈਨਰਸ ਸੋਵਰਨ ਪੀਪਲ, ਕਿ ਸਾਡਾ ਦਿਮਾਗ ਹੈ ਨਹੀਂ ਗਾ ਕਿ ਬਾਹਰ ਦੇ ਬੰਦਿਆਂ ਤੋਂ ਅਸੀਂ ਭੜਕਾਊ ਕਰਦੇ। ਹੁਣ ਜਿਹੜਾ ਮੈਂ ਚੀਜ਼ਾਂ ਕਹਿ ਰਹੀ ਹੈ ਗੱਲ ਤਾਂ ਇੱਥੇ ਹੀ ਆਉਂਦੀ ਹੈ ਕਿ ਸਾਡੇ ਮਸਲਾ ਕੋਈ ਹੱਲ ਨਹੀਂ ਹੋਇਆ, ਸਾਡੀ ਜਮਹੂਰੀਅਤ ਹੋਈ ਗਈ ਹੈ। ਇਹ ਬਹੁਤ ਸੀਰੀਅਸ ਹੈ। ਜੇ ਮੈਜੋਰਿਟੇਰੀਅਨਸ ਦੀ ਜਮਹੂਰੀਅਤ 12 ਸਾਲ ਦੇ ਲਈ ਦਿੱਲੀ ਦੀ ਪਾਰਲੀਮੈਂਟ ਬੰਦ ਕੀਤੀ ਜਾਵੇ ਤਾਂ ਫਿਰ ਬਹੁਗਿਣਤੀ ਕਿਵੇਂ ਮਹਿਸੂਸ ਕਰੂਗੀ? ਬਹੁਗਿਣਤੀ ਨੇ ਸਿੱਖ ਦਾ ਹਿਰਦਾ ਕਦੇ ਚੀਨ ਕੇ ਦੇਖਿਆ ਕਿ ਸਾਡਾ ਮੈਜੋਰਿਟੇਰੀਅਨਸ ਦਾ ਤੇ ਸਿੱਖਾਂ ਦਾ ਹਿਰਦਾ ਇੱਕੋ ਹੀ ਹੈ ਤੇ ਦਰਦ ਇੱਕੋ ਜਿਹੀ ਹੁੰਦੀ ਹੈ ਸਿੱਖ ਨੂੰ ਜੇ ਮੈਜੋਰਿਟੇਰੀਅਨ ਦੀ ਪਾਰਲੀਮੈਂਟ ਦੇ ਇਲੈਕਸ਼ਨ 12 ਸਾਲ ਤੱਕ ਰੋਕੇ ਜਾਣ। ਇਹ ਕੋਈ ਦੇਖਦਾ ਹੀ ਨਹੀਂ ਹੈ। ਉੱਤੋਂ ਦੇ ਉੱਤੇ ਸਾਨੂੰ ਰਗੜਾ ਚੜ੍ਹ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਇਹ ਆਪਾਂ ਨੂੰ ਕਰਨੀਆਂ ਪੈਣੀਆਂ। ਤੇ ਜੱਜ ਜਿਹੜੇ ਹੈਗੇ ਸ਼ੇਖਵਾਲ, ਸਾਗਵਾਨ, ਬਜਾਜ, ਇੱਕ ਉਹ ਜਿਹੜਾ ਹੋਰ ਨਾਂ ਲਿਆ ਹੈਗਾ, ਹਾਈ ਕੋਰਟ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਤੁਸੀਂ ਇੱਕਦਮ ਜਿਹੜੇ ਡਰੱਗ ਲੌਰਡਸ ਨੇ, ਜਿਹੜੇ ਨਸ਼ੇ ਵੇਚਦੇ ਹੈ, ਜੇ ਉਹ ਫੜੇ ਜਾਣ ਤੇ ਉਹ ਕਹਿੰਦੇ ਜੀ ਸਾਡੇ ਉੱਤੇ ਤਾਂ ਸਿਆਸੀ ਕੇਸ ਬਣਾਇਆ। ਉਹ ਸਿਆਸੀ ਕੇਸ ਕਿਵੇਂ ਬਣ ਗਿਆ? ਜੇ ਤੁਸੀਂ ਧੰਦਾ ਕਰਦੇ ਹੋ ਤੇ ਤੁਹਾਡੇ ਉੱਤੇ ਕੇਸ ਬਣਦੇ ਹੈ। ਤੇ ਜਿੰਨੇ ਵੀ ਬਦਮਾਸ਼ ਹੁੰਦੇ ਹੈ, ਮੈਂ ਪੁਲਿਸ ਅਫਸਰ ਰਿਹਾ, ਇਹ ਤਾਂ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਦੇ ਨਾਲ ਚੱਲਦੇ ਹੈ। ਇਹ ਕਿਸੇ ਦੇ ਸਕੇ ਨਹੀਂ ਹੁੰਦੇ। ਜਿਹਦੀ ਹੁਕੂਮਤ ਹੁੰਦੀ ਹੈ ਉਹਦੇ ਨਾਲ ਇਹ ਡਰੱਗ ਲੌਰਡ, ਬਦਮਾਸ਼ ਜਿੰਨੇ ਵੀ ਹੈ ਉਹ ਚੱਲਦੇ ਹੈ। ਤੇ ਇਹਦੇ ਵਿੱਚ ਸੁਪਰੀਮ ਕੋਰਟ ਵੀ ਬੇਲ ਦੇਈ ਜਾਂਦੀ ਹੈ, ਹਾਈ ਕੋਰਟ ਵੀ ਦੇਈ ਜਾਂਦੀ ਹੈ, ਫਿਰ ਕਹਿੰਦੇ ਲਾਅ ਐਂਡ ਆਰਡਰ ਖਰਾਬ ਹੋ ਗਿਆ। ਹੁਣ ਤੁਸੀਂ ਦੱਸੋ ਕਿ ਆਈਬੀ ਹੈ, ਰੋ ਵੀ ਹੈਗੀ ਹੈ ਜਿਹੜੀ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਦੀ ਇਨਫੋਰਮੇਸ਼ਨ ਹਰੇਕ ਗੁਰਦੁਆਰੇ ਤੋਂ ਕਲੈਕਟ ਕਰਦੀ ਹੈ। ਇੱਥੋਂ ਦੀ CID ਹੈ, ਚੰਡੀਗੜ੍ਹ ਦੀ CID ਹੈ,
इन्होंने इतला क्यों नहीं सरकार को दी कि पटियाले के विच गड़बड़ होगी। हम जी IB है ते रॉ है मिलिट्री इंटैलीजेंस है, इन्होंने 2020 तो पहला हुकूमत को क्यों नहीं दसिया कि चीनियों ने अटैक करना तुहाडे उत्ते। फिर ये एजेंसीज ने क्यों नहीं दसिया हुकूमत ने कि अमेरिका ने एकदम अफगानिस्तान को छड़ जाना है ते तुसी जिन्ने भी इंडियंस है हिंदू सिख उहदे तो पहला इन्हां नूं बाहर कड्डो। फिर ये भी तुहानूं भी ते मैनूं भी, पर IB रॉ मिलिट्री इंटैलीजेंस ते जिन्ने भी साडे सफीर खाने हैं IFS दे, उन्होंने क्यों नहीं दसिया कि रूस यूक्रेन के उत्ते हमला करूगी ते जिन्ने भी इंडियन डॉक्टर्स ने गवर्नमेंट ऑफ इंडिया उन्होंने बाहर कढ़ लिया उहदे तो पहला। हुण इन्ना मैसिव फेलियर है सरकार दा ते नारा लाई जाना सिखा दा। ते देखो अमित शाह ने ते सेंट्रल होम सेक्रेटरी ने मिस्टर भल्ले ने रामनवमी तो पहला क्यों नहीं सारिया स्टेट्स नूं दसिया कि डर हैगा दंगे होणगे ते तुसी चौकसी बढ़ा दो। ते फिर की मतलब सी कि BJP ते RSS ते शिवसेना दे लोग रामनवमी के जुलूस दे विच मसीतां दे उत्ते भगवे रंग दे झंडे चाढ़ रहे थे। अच्छा हुण जदों खत्म होया रामनवमी दे बड़े सारे मुसलमान ने झंडे BJP RSS ने चढ़ाए हैं, बड़े सारे मुसलमान ने। असीं फिर कित्थे माइनॉरिटीज कित्थे जाइए। हुण 20 करोड़ मुसलमान है, जे उहदे नाल छेड़खानी करी जाओगे फिर उसने तो कोई ना कोई जवाब दूंगा। ते तुहाडी मिलिट्री की कर रही है, वो बॉर्डर चों नहीं साध सकती, क्यों करके उसनूं इंडिया ने अपनी इंटरनल सिक्योरिटी के उत्ते लाया होया। लद्दाख के विच, कश्मीर के उत्ते, पाकिस्तान के पंजाब के उत्ते BSF का भी दायरा 50 किलोमीटर अंदर पंजाब के करता है कि सिख गड़बड़ करनगे। केड़ी गड़बड़ की है जी सिखा ने? भी सिखा का नाम बदनाम करी। मैं तो प्राइम मिनिस्टर को सलाह दिंदा कि जी फौज है, आर्मी है, इस डिफेंस मिनिस्ट्री तो कढ़ के यूनियन होम मिनिस्ट्री थले ला दो, क्यों करके बॉर्डर की रक्षा तो करनी रही। ये तो इंडिया के विच जिहड़ी गड़बड़ है, छत्तीसगढ़ के विच कह दिंदे हैं कि जी जिहड़े आदिवासी है वो अपने हक मंगते हैं। बड़े बड़े बिजनेसमैन कहते हैं कि ये जंगलों में रहने वाले बंदे है, इन्हों के जिन्ने भी सुरमे है, पानी है, हीरे जवाहर है, सोना है, लकड़ है, वो कर लीजिए। वो बेचारे औखे उन्होंने कहते माओवादी ते नक्सलाइट है, जिन्हें मतलब है कि सरकार को बहाना मान के मिल जाता है कि इन्होंने मारो गोली। और ठाकर साहब अपने सेंटर के इंफॉर्मेशन मिनिस्टर ने वो कहती है कि कहती है देश की गद्दारों को गोली मारो सारों को। उनके देश के गद्दार ठाकर साहब के सारे हैं कि मिसेस ठाकुर को ऑब्जेक्शन करना चाहिए कि भाई तू ये मेरे वीरों को गाना कभी जाना गोली मार सारों को। कोई एक्शन सरकार लेंदी नहीं, ना मोदी साहब बोलते हैं, ना बोलते अमित शाह जी, ना भल्ला जी जो होम सेक्रेटरी है।
अच्छा इन्ना मैसिव फेलियर हो गया इंटेलिजेंस का, यूनियन होम सेक्रेटरी मिस्टर भल्ले नूं भी 1 साल नौकरी होर वधा दी है, उन्हें रिटायर हो जाना सीगा। रॉ का जो डायरैक्टर है उन्हें भी रिटायर होना सीगा, उन्होंने 1 साल की होर अमानत देती है। आईपी का डायरैक्टर ने रिटायर होना सी, उसने 1 साल नौकरी होर वधा दी है। तो मेरा मतलब है कि जे तुसी नलैका नूं अगे लैके आओगे, तुसी तो फिर नलैकी नूं बढ़ावा दे रहे हो। तुहाडे विच कोई अपनी देश भगती तो है नहीं गी। हुण देश भगती कित्थों आऊगी जदों साडे हिंदू वीर ने इतिहास के विच राज नहीं कीता कदे। योद्धियां का नाम सुनते हैं, उस तो बाद तो 1947 तो बाद आया। फिर इतनी बड़ी कंट्री किवें संभूगा, किवें करूगा, तजर्बा पिछे है नहीं गा। 1962 के विच 40,000 स्क्वायर किलोमीटर इंडिया ने लद्दाख का एरिया चीन को देता। 2020 900 स्क्वायर किलोमीटर फिर चीन में लटा था। ਉਹਦੀ गल तक कोई प्रेस नहीं करता, कोई कुछ नहीं करता, क्योंकि वो तो बहुत बेशर्मी की गल है कि थोड़ी फौज पता नहीं बुढ़ी हो गई है, पुरानी हो गई है। 67% तिन्ने फौज, एयरफोर्स, नेवी के फौज का जो असला है 67% वो पुराना हो चुके हैं। नौजवान पायलट आसमान को एवं डिगी जाते हैलीकॉप्टर हवाई जहाज़ जो करके असले हवाई जहाज़ जान ही नहीं दी। सो मेरा मतलब की प्रेस की कर रही है। हाँ जी, सिमरनजीत सिंह मान की गल असीं नहीं कर सकते, क्यों करके जे सिमरनजीत सिंह मान की अंग्रेजी प्रेस या होर किसी गल हो गई, ये फिर खालिस्तान को ऑक्सीजन मिलता है। दसो आ भी कोई रीजन है कि फ्रीडम ऑफ प्रेस नूं जर्नलिस्ट छड्ड के मैनू बॉयकॉट करी जाती है कि सिमरनजीत सिंह मान के खालिस्तान को ऑक्सीजन मिल जाए। हुण दसो ये कोई रीजन है? पूछ लो टाइम्स ऑफ इंडिया नो, इंडियन एक्सप्रेस नो, ट्रिब्यून नो, हिंदुस्तान टाइम्स नो कि ये रीजन है कि ये खालिस्तान को मिल जूगा। खालिस्तान हो गया। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।